ਅੱਜ मैं ਤੁਹਾਨੂੰ ਦੱਸੂਗਾ ਜੀ ਅਮਰੀਕਾ ਦੀ ਇੱਕ ਸਟੇਟ ਅਲਾਸਕਾ ਦੇ ਬਾਰੇ ਰੌਚਕ ਤੱਥ। ਅਲਾਸਕਾ ਦੇ ਉੱਪਰ ਕਿਵੇਂ 15 ਸਾਲਾਂ ਤੱਕ ਇੱਕ ਬਿੱਲੀ ਨੇ ਰਾਜ ਕੀਤਾ ਸੀ। ਅਲਾਸਕਾ ਨੂੰ ਹਿੱਲਣ ਵਾਲੀ ਧਰਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਸਾਲ ਦੇ ਵਿੱਚ 5000 ਭੂਚਾਲ ਆਉਂਦੇ ਨੇ। ਅਲਾਸਕਾ ਇੱਕ ਅਜਿਹੀ ਜਗ੍ਹਾ ਹੈ ਜਿਸ ਦਾ ਨਾਮ ਤੁਸੀਂ ਆਪਣੇ ਕੀਪੈਡ ਦੇ ਇੱਕ ਲਾਈਨ ਦੇ ਅੱਖਰਾਂ ਨਾਲ ਹੀ ਲਿਖ ਸਕਦੇ ਹੋ। ਅਲਾਸਕਾ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਿਹਨਤੀ ਮੰਨਿਆ ਜਾਂਦਾ ਹੈ ਤੇ ਅਲਾਸਕਾ ਦੇ ਵਿੱਚ ਪੀਜ਼ਾ ਡਿਲੀਵਰੀ ਜਹਾਜ਼ ਦੇ ਰਾਹੀਂ ਕੀਤੀ ਜਾਂਦੀ ਹੈ। ਅਜਿਹੀ ਮੈਂ ਅੱਜ ਤੁਹਾਨੂੰ ਅਲਾਸਕਾ ਦੇ ਨਾਲ ਜੁੜੇ ਹੋਏ ਰੌਚਕ ਤੱਥ ਦੱਸੂਗਾ, ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਚਿੜ ਟੀਵੀ। ਅਲਾਸਕਾ ਉੱਤਰ ਮਹਾਦੀਪ ਦੇ ਉੱਤਰ ਪੱਛਮ ਦੇ ਵਿੱਚ ਮੌਜੂਦ ਅਮਰੀਕਾ ਦਾ ਸਭ ਤੋਂ ਵੱਡਾ ਰਾਜ ਹੈ। ਇਸ ਦੇ ਪੂਰਬ ਦੇ ਵਿੱਚ ਕੈਨੇਡਾ ਤੇ ਉੱਤਰ ਦੇ ਵਿੱਚ ਆਰਕਟਿਕ ਮਹਾਸਾਗਰ, ਦੱਖਣ ਪੱਛਮ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਅਤੇ ਪੱਛਮ ਦੇ ਵਿੱਚ ਰੂਸ ਮੌਜੂਦ ਹੈ। ਖੇਤਰਫਲ ਦੇ ਹਿਸਾਬ ਦੇ ਨਾਲ ਅਲਾਸਕਾ ਅਮਰੀਕਾ ਦੇ ਸਾਰੇ ਰਾਜਾਂ ਦੇ ਵਿੱਚੋਂ ਵੱਡਾ ਹੈ। ਅਲਾਸਕਾ 17,17,856 ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ। ਅਲਾਸਕਾ ਦੀ ਰਾਜਧਾਨੀ ਹੈ ਜਨੂਬ ਸ਼ਹਿਰ। ਅਲਾਸਕਾ ਦੀ ਕੁੱਲ ਆਬਾਦੀ 7 ਲੱਖ ਦੇ ਆਸ-ਪਾਸ ਹੈ। ਅਲਾਸਕਾ ਬਹੁਤ ਠੰਡੀ ਜਗ੍ਹਾ ਹੈ। ਇੱਥੇ ਕਈ ਖਾਸ ਕਿਸਮ ਦੇ ਪੌਦੇ ਹੀ ਉੱਗਦੇ ਨੇ। ਇਸ ਦੇ ਕਈ ਕਾਰਨ ਨੇ ਇੰਨੀ ਵੱਡੀ ਜਗ੍ਹਾ ਦੇ ਵਿੱਚ ਇੱਥੇ ਆਬਾਦੀ ਘੱਟ ਹੋਣ ਦੇ। ਅਲਾਸਕਾ ਦੇ 83% ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਤੇ 17% ਲੋਕ ਇੱਥੋਂ ਦੇ ਪਿੰਡਾਂ ਦੇ ਵਿੱਚ ਰਹਿੰਦੇ ਨੇ। ਅਲਾਸਕਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਔਸਤਨ ਉਮਰ 38 ਸਾਲ ਹੈ। ਅਲਾਸਕਾ ਦੀ ਕਹਾਣੀ ਅਮਰੀਕਾ ਦੇ ਵਿੱਚ ਸਭ ਤੋਂ ਅਲੱਗ ਹੈ। ਅਲਾਸਕਾ ਸ਼ੁਰੂ ਤੋਂ ਅਮਰੀਕਾ ਦਾ ਹਿੱਸਾ ਨਹੀਂ ਸੀ। ਸਭ ਤੋਂ ਪਹਿਲਾਂ ਇਸ ਦੇ ਉੱਪਰ ਰਸ਼ੀਆ ਯਾਨੀ ਕਿ ਰੂਸ ਦਾ ਕਬਜ਼ਾ ਸੀ, ਪਰ 30 ਮਾਰਚ 1867 ਨੂੰ ਅਮਰੀਕਾ ਨੇ ਇਸ ਨੂੰ ਰੂਸ ਤੋਂ ਖਰੀਦ ਲਿਆ, ਉਹ ਵੀ ਸਿਰਫ $72 ਲੱਖ ਦੇ ਵਿੱਚ। ਪਰ ਇਹ ਸੌਦਾ ਰੂਸ ਦੇ ਲਈ ਬਹੁਤ ਜ਼ਿਆਦਾ ਘਾਟੇ ਵਾਲਾ ਰਿਹਾ। ਦੱਸਿਆ ਜਾਂਦਾ ਹੈ ਕਿ ਜਦੋਂ ਰੂਸ ਨੂੰ ਲੱਗਿਆ ਕਿ ਇਹ ਏਰੀਆ ਦੇ ਵਿੱਚ ਬਰਫ਼ ਤੋਂ ਬਿਨਾਂ ਕੁਝ ਵੀ ਨਹੀਂ ਹੈ ਤਾਂ ਉਸਨੇ ਇਸ ਨੂੰ ਅਮਰੀਕਾ ਨੂੰ ਵੇਚ ਦਿੱਤਾ। ਹਾਲਾਂਕਿ ਉਸ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਬਰਫ਼ ਨਾਲ ਢਕੇ ਅਲਾਸਕਾ ਦੇ ਅੰਦਰ ਖਣਿਜ ਅਤੇ ਤੇਲ ਦੇ ਬਹੁਤ ਜ਼ਿਆਦਾ ਭੰਡਾਰ ਨੇ। ਕਹਿਣ ਦਾ ਮਤਲਬ ਇਹ ਹੈ ਕਿ ਰੂਸ ਨੇ ਜਿੰਨੀ ਰਕਮ ਦੇ ਵਿੱਚ ਅਲਾਸਕਾ ਨੂੰ ਅਮਰੀਕਾ ਨੂੰ ਵੇਚਿਆ ਸੀ, ਉਨੇ ਪੈਸੇ ਅਮਰੀਕਾ ਨੇ ਅਲਾਸਕਾ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਹੀ ਕਮਾ ਲਏ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਸਟੇਟ ਦਾ ਨਾਮ ਅਲਾਸਕਾ ਕਿਉਂ ਪਿਆ ਤੇ ਇਸ ਦਾ ਮਤਲਬ ਕੀ ਹੈ। ਇਸ ਨੂੰ ਅਲੂਟ ਸ਼ਬਦ ਐਲੀਆਸਕਾ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੁੰਦਾ ਹੈ ਗ੍ਰੇਟ ਲੈਂਡ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਤੁਸੀਂ ਜਿਹੜਾ ਇਹ ਅਲਾਸਕਾ ਦਾ ਝੰਡਾ ਦੇਖ ਰਹੇ ਹੋ, ਇਸ ਨੂੰ ਬਣਾਇਆ ਸੀ 13 ਸਾਲਾਂ ਦੇ ਲੜਕੇ ਬੈਲੀ ਬੈਂਸਨ ਨੇ। ਉਸਨੇ 13 ਸਾਲ ਦੀ ਉਮਰ ਦੇ ਵਿੱਚ ਹੀ ਇਹ ਝੰਡਾ ਡਿਜ਼ਾਈਨ ਕੀਤਾ ਸੀ। ਇਸ ਝੰਡੇ ਨੂੰ 1959 ਦੇ ਵਿੱਚ ਮਾਨਤਾ ਮਿਲੀ ਸੀ। ਅਲਾਸਕਾ ਦੇ ਰਾਸ਼ਟਰੀ ਪੰਛੀ ਦਾ ਨਾਮ ਹੈ ਬਿਲੋ ਪੈਟੋਮੈਗਨ। ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ। ਹਾਲਾਂਕਿ ਅਲਾਸਕਾ ਦੇ ਲੋਕ ਮਜ਼ਾਕ ਦੇ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਅਲਾਸਕਾ ਦਾ ਰਾਸ਼ਟਰੀ ਪੰਛੀ ਮੱਛਰ ਹੈ ਕਿਉਂਕਿ ਉਹ ਇੱਥੇ ਬਹੁਤ ਜ਼ਿਆਦਾ ਹਨ। ਅਲਾਸਕਾ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤੀ ਲੋਕ ਮੰਨਿਆ ਜਾਂਦਾ ਹੈ। ਇੱਕ ਸਰਵੇ ਦੇ ਵਿੱਚ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਇੱਥੋਂ ਦੇ ਲੋਕ ਇੱਕ ਦਿਨ ਦੇ ਵਿੱਚ 12 ਘੰਟੇ ਜ਼ੋਰ ਅਜਮਾਇਸ਼ ਵਾਲੀ ਮਿਹਨਤ ਕਰਦੇ ਨੇ। ਅਲਾਸਕਾ ਦੇ ਲੋਕਾਂ ਦੇ ਕੋਲ ਹੁਨਰ ਦੀ ਕੋਈ ਕਮੀ ਨਹੀਂ ਹੈ। ਅਲਾਸਕਾ ਦੇ ਵਿੱਚ ਪੂਰੇ ਅਮਰੀਕਾ ਦੀ ਤੁਲਨਾ ਦੇ ਵਿੱਚ ਸਭ ਤੋਂ ਜ਼ਿਆਦਾ ਗਲੇਸ਼ੀਅਰ ਮੌਜੂਦ ਨੇ। ਇੱਥੇ ਤਕਰੀਬਨ 27000 ਗਲੇਸ਼ੀਅਰ ਨੇ, ਜਿਸ ਦੇ ਕਾਰਨ ਇੱਥੇ ਪੋਲਰ ਬੀਅਰ, ਕਾਲੇ ਭਾਲੂ, ਬਲੂਗਾ ਵੇਲ ਜੇ ਠੰਡੇ ਇਲਾਕਿਆਂ ਦੇ ਜੀਵ ਭਾਰੀ ਸੰਖਿਆ ਦੇ ਵਿੱਚ ਰਹਿੰਦੇ ਨੇ। ਇੱਥੇ ਰਹਿਣ ਵਾਲੇ ਪੋਲਰ ਬੀਅਰ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ ਤੇ ਕਈ ਵਾਰੇ ਜਾਨਲੇਵਾ ਹਮਲੇ ਵੀ ਕਰਦੇ ਨੇ ਕਿਉਂਕਿ ਇਹ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੇ ਨੇ। ਅਲਾਸਕਾ ਦੀ ਜਨਸੰਖਿਆ ਬਹੁਤ ਘੱਟ ਹੈ, ਇਸ ਲਈ ਇੱਥੇ ਪ੍ਰਤੀ ਕਿਲੋਮੀਟਰ ਸਿਰਫ ਇੱਕ ਵਿਅਕਤੀ ਹੀ ਰਹਿੰਦਾ ਹੈ, ਜਾਨੀ ਕਿ ਇੱਥੋਂ ਦੀ ਜ਼ਿਆਦਾਤਰ ਜ਼ਮੀਨ ਖਾਲੀ ਹੈ ਤੇ ਇੱਥੇ ਜੰਗਲ ਹੀ ਜੰਗਲ ਹਨ। ਇੱਥੋਂ ਦੇ ਲੋਕ ਆਪਸ ਦੇ ਵਿੱਚ ਛੋਟੇ-ਛੋਟੇ ਪਿੰਡ ਬਣਾ ਕੇ ਰਹਿੰਦੇ ਨੇ ਕਿਉਂਕਿ ਇੱਥੇ ਇਕੱਲੇ ਰਹਿਣਾ ਬਹੁਤ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇੱਥੇ ਜੰਗਲੀ ਜੀਵਾਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਪਰਸੈਂਟੇਜ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਅਮਰੀਕਾ ਦੀਆਂ ਹੋਰ ਸਟੇਟਾਂ ਦੇ ਮੁਕਾਬਲੇ ਅਲਾਸਕਾ ਦੇ ਵਿੱਚ ਮਰਦਾਂ ਦੀ ਗਿਣਤੀ ਜ਼ਿਆਦਾ ਹੈ। ਅਲਾਸਕਾ ਦੇ ਵਿੱਚ 52% ਮਰਦ ਅਤੇ 48% ਔਰਤਾਂ ਹਨ। ਅਲਾਸਕਾ ਦੇ ਵਿੱਚ ਕੁੱਲ ਮਿਲਾ ਕੇ 224 ਅਲੱਗ-ਅਲੱਗ ਕਬੀਲਿਆਂ ਦੇ ਲੋਕ ਰਹਿੰਦੇ ਨੇ। ਅਲਾਸਕਾ ਦੇ ਵਿੱਚ ਤਕਰੀਬਨ 20 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਦੂਜੇ ਵਿਸ਼ਵ ਯੁੱਧ ਦੇ ਸਮੇਂ ਜਾਪਾਨ ਦੀ ਸੈਨਾ ਨੇ ਵੀ ਅਲਾਸਕਾ ਦੇ ਉੱਪਰ ਹਮਲਾ ਕੀਤਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਪਰਲ ਹਾਰਬਰ ਤੋਂ ਜ਼ਿਆਦਾ ਅਮਰੀਕੀ ਅਲਾਸਕਾ ਦੇ ਵਿੱਚ ਮਾਰੇ ਗਏ ਸਨ। ਇੱਥੇ ਸੈਕੰਡ ਵਰਲਡ ਵਾਰ ਦੇ ਦੌਰਾਨ ਬਹੁਤ ਜ਼ਿਆਦਾ ਤਬਾਹੀ ਮੱਚੀ ਸੀ ਕਿਉਂਕਿ ਜਾਪਾਨ ਨੇ ਪੂਰੀ ਤਿਆਰੀ ਦੇ ਨਾਲ ਇੱਥੇ ਹਮਲਾ ਕੀਤਾ ਸੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅਲਾਸਕਾ ਨੂੰ ਹਿਲਦੀ ਹੋਈ ਸਟੇਟ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਾਲ ਦੇ ਵਿੱਚ ਤਕਰੀਬਨ 5000 ਛੋਟੇ ਵੱਡੇ ਭੂਚਾਲ ਜ਼ਰੂਰ ਆਉਂਦੇ ਨੇ। ਇੱਥੇ 100 ਤੋਂ ਜ਼ਿਆਦਾ ਜਵਾਲਾਮੁਖੀ ਮੌਜੂਦ ਨੇ। ਇਹਨਾਂ ਦੇ ਵਿੱਚ ਕਈ ਅਜਿਹੇ ਵੀ ਨੇ ਜਿਹੜੇ ਹਜੇ ਵੀ ਐਕਟਿਵ ਨੇ, ਪਰ ਅਮਰੀਕਾ ਦੇ ਜੀਓਲੋਜੀ ਵਿਭਾਗ ਦੇ ਅਨੁਸਾਰ ਇੱਥੇ ਜਵਾਲਾਮੁਖੀ ਫਟਣ ਦੀ ਘਟਨਾ ਸਿਰਫ 2 ਵਾਰ ਹੀ ਹੋਈ ਹੈ। ਇਸ ਲਈ ਇਹਨਾਂ ਜਵਾਲਾਮੁਖੀਆਂ ਤੋਂ ਇੱਥੇ ਕੋਈ ਖਤਰਾ ਨਹੀਂ ਹੈ। ਅਲਾਸਕਾ ਦੇ ਲੋਕ ਵਾਈਨ ਪੀਣ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ। ਇੱਥੇ ਹਰ ਫੰਕਸ਼ਨ ਤੇ ਸਭ ਤੋਂ ਪਹਿਲਾਂ ਵਾਈਨ ਦੀਆਂ ਬੋਤਲਾਂ ਹੀ ਖੋਲੀਆਂ ਜਾਂਦੀਆਂ ਨੇ। ਇੱਥੋਂ ਦੇ ਲੋਕ ਮਿਹਨਤੀ ਹੋਣ ਦੇ ਨਾਲ ਹਿੰਮਤੀ ਵੀ ਬਹੁਤ ਨੇ ਕਿਉਂਕਿ ਸਾਲ ਦੇ 6 ਮਹੀਨੇ ਤਾਂ ਇੱਥੇ ਅਜਿਹੇ ਹਾਲਾਤ ਹੁੰਦੇ ਨੇ ਜਿੱਥੇ ਇੱਥੇ ਰਹਿਣ ਬਾਰੇ ਕੋਈ ਵੀ ਸੋਚ ਨਹੀਂ ਸਕਦਾ, ਪਰ ਅਲਾਸਕਾ ਦੇ ਲੋਕ ਅਜਿਹੇ ਹਾਲਾਤਾਂ ਦੇ ਵਿੱਚ ਵੀ ਰਹਿਣਾ ਸਿੱਖ ਗਏ ਨੇ। ਕਿਹਾ ਜਾਂਦਾ ਹੈ ਕਿ ਅਲਾਸਕਾ ਦੇ ਤਾਲਕਿਤਨਾ ਸ਼ਹਿਰ ਦੀ ਮੇਅਰ 15 ਸਾਲ ਤੱਕ ਇੱਕ ਬਿੱਲੀ ਰਹਿ ਚੁੱਕੀ ਹੈ। ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੀਜ਼ਾ ਨੂੰ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਪਸੰਦ
ਪਸੰਦ ਕੀਤਾ ਜਾਂਦਾ ਹੈ ਤੇ ਅਲਾਸਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ੌਕੀਨ ਲੋਕ ਰਹਿੰਦੇ ਨੇ ਪੀਜ਼ਾ ਖਾਣ ਦੇ ਤੇ ਇੱਥੇ ਤੁਹਾਨੂੰ ਥਾਂ-ਥਾਂ ਤੇ ਪੀਜ਼ਾ ਸ਼ਾਪ ਮਿਲ ਜਾਣਗੀਆਂ। ਇੱਥੇ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਪੀਜ਼ਾ ਦੀ ਡਿਲੀਵਰੀ ਜਹਾਜ਼ ਰਾਹੀਂ ਕੀਤੀ ਜਾਂਦੀ ਹੈ। ਅਲਾਸਕਾ ਦੇ ਲੋਕ ਇਸ ਗੱਲ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਨੇ ਕਿ ਅਲਾਸਕਾ ਦੇ ਵਿੱਚ ਇਨਸਾਨਾਂ ਦੇ ਨਾਲ-ਨਾਲ ਭੂਤ ਵੀ ਰਹਿੰਦੇ ਨੇ। ਕਿਹਾ ਜਾਂਦਾ ਹੈ ਕਿ ਇੱਥੋਂ ਦੇ ਲੋਕ ਭੂਤਾਂ ਨੂੰ ਲੈ ਕੇ ਬਹੁਤ ਜ਼ਿਆਦਾ ਘਬਰਾਏ ਰਹਿੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਉੱਪਰ ਕਦੇ ਵੀ ਭੂਤ ਦਾ ਹਮਲਾ ਹੋ ਸਕਦਾ ਹੈ। ਇਹ ਗੱਲਾਂ ਤੁਹਾਨੂੰ ਅਜੀਬ ਲੱਗਦੀਆਂ ਹੋਣਗੀਆਂ ਪਰ ਸੱਚ ਨੇ। ਇਹੀ ਕਾਰਨ ਕਰਕੇ ਤੁਹਾਨੂੰ ਅਲਾਸਕਾ ਦੇ ਹਰ ਘਰ ਦੇ ਅੱਗੇ ਕ੍ਰਾਸ ਦਾ ਸਾਈਨ ਲੱਗਿਆ ਮਿਲ ਜਾਵੇਗਾ। ਅਲਾਸਕਾ ਦੇ ਵਿੱਚ ਮਰਦਾਂ ਨੂੰ ਮੁੱਛਾਂ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇੱਥੇ ਤੁਹਾਨੂੰ ਹਰ ਮਰਦ ਦੇ ਤਕਰੀਬਨ ਮੁੱਛਾਂ ਰੱਖੀਆਂ ਹੋਈਆਂ ਦਿਸ ਜਾਣਗੀਆਂ। ਹਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਅਲਾਸਕਾ ਦੀਆਂ ਅਲੱਗ-ਅਲੱਗ ਥਾਵਾਂ ਤੇ ਹੁੰਦੀ ਰਹਿੰਦੀ ਹੈ ਕਿਉਂਕਿ ਇੱਥੇ ਬਰਫ਼ ਦੇ ਨਜ਼ਾਰੇ ਤੇ ਜੰਗਲ ਬਹੁਤ ਸੋਹਣੇ ਨੇ। ਕਮਾਲ ਦੀ ਗੱਲ ਤਾਂ ਇਹ ਹੈ ਕਿ ਅਲਾਸਕਾ ਦੇ ਟੋਟਲ ਏਰੀਆ ਦੇ ਵਿੱਚੋਂ ਸਿਰਫ 3% ਏਰੀਆ ਹੀ ਬਰਫ਼ ਦੇ ਨਾਲ ਢਕਿਆ ਹੋਇਆ ਹੈ। ਇੱਥੋਂ ਦੇ ਲੋਕ ਲੈਂਬ ਅਤੇ ਮਟਨ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਇਹ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ। ਇੱਥੇ ਤੁਹਾਨੂੰ ਹਰ ਘਰ ਦੇ ਵਿੱਚ ਐਕਸਰਸਾਈਜ਼ ਕਰਨ ਵਾਲੀਆਂ ਚੀਜ਼ਾਂ ਜ਼ਰੂਰ ਮਿਲ ਜਾਣਗੀਆਂ। ਅਲਾਸਕਾ ਦੇ ਜ਼ਿਆਦਾਤਰ ਲੋਕ ਸਾਈਕਲਿੰਗ ਵੀ ਕਰਦੇ ਨੇ। ਅਮਰੀਕਾ ਦੇ 2 ਸਭ ਤੋਂ ਵੱਡੇ ਜੰਗਲ ਵੀ ਅਲਾਸਕਾ ਦੇ ਵਿੱਚ ਹੀ ਮੌਜੂਦ ਨੇ। ਇਹਨਾਂ ਦੇ ਵਿੱਚੋਂ ਇੱਕ 16.8 ਮਿਲੀਅਨ ਏਕੜ ਦੇ ਵਿੱਚ ਫੈਲਿਆ ਹੋਇਆ ਹੈ, ਉੱਥੇ ਹੀ ਦੂਜਾ 4.8 ਮਿਲੀਅਨ ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇੱਥੋਂ ਦੇ ਲੋਕ ਪੈਸਾ ਕਮਾਉਂਦੇ ਨੇ ਤੇ ਇਹਨਾਂ ਦੀ ਮੇਨ ਕਮਾਈ ਦਾ ਸਾਧਨ ਕੀ ਹੈ। ਅਲਾਸਕਾ ਦੇ ਵਿੱਚ ਜਿਹੜੇ ਲੋਕ ਪੇਂਡੂ ਇਲਾਕੇ ਦੇ ਵਿੱਚ ਰਹਿੰਦੇ ਨੇ ਉਹ ਸੀ ਫੂਡ ਦਾ ਕੰਮ ਕਰਦੇ ਨੇ। ਇੱਥੋਂ ਸੀ ਫੂਡ ਅਮਰੀਕਾ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਭੇਜਿਆ ਜਾਂਦਾ ਹੈ ਤੇ ਹੋਰ ਦੇਸ਼ਾਂ ਦੇ ਵਿੱਚ ਵੀ ਐਕਸਪੋਰਟ ਕੀਤਾ ਜਾਂਦਾ ਹੈ। ਤੁਹਾਨੂੰ ਇਹ ਸੁਣ ਕੇ ਕਾਫੀ ਜ਼ਿਆਦਾ ਹੈਰਾਨੀ ਹੋਵੇਗੀ ਕਿ ਸਨ 1975 ਤੋਂ ਪਹਿਲਾਂ ਅਲਾਸਕਾ ਦੇ ਵਿੱਚ ਗੰਜੇ ਹੋਣ ਤੇ ਪਾਬੰਦੀ ਸੀ। ਹਾਲਾਂਕਿ ਉਸ ਤੋਂ ਬਾਅਦ ਇਹ ਬੈਨ ਹਟਾ ਦਿੱਤਾ ਗਿਆ। ਇਹ ਦੁਨੀਆ ਚਮਤਕਾਰਾਂ ਦੇ ਨਾਲ ਭਰੀ ਹੋਈ ਹੈ ਤੇ ਅਜਿਹਾ ਹੀ ਇੱਕ ਚਮਤਕਾਰ ਅਲਾਸਕਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਅਲਾਸਕਾ ਦੇ ਵਿੱਚ 2 ਸਮੁੰਦਰ ਤਾਂ ਆਪਸ ਦੇ ਵਿੱਚ ਮਿਲਦੇ ਨੇ ਪਰ ਉਹਨਾਂ ਦਾ ਪਾਣੀ ਆਪਸ ਦੇ ਵਿੱਚ ਮਿਕਸ ਨਹੀਂ ਹੁੰਦਾ। ਇੱਕ ਸਮੁੰਦਰ ਦਾ ਪਾਣੀ ਹਲਕਾ ਨੀਲਾ ਹੁੰਦਾ ਹੈ ਕਿਉਂਕਿ ਉਹ ਗਲੇਸ਼ੀਅਰ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ, ਜਦਕਿ ਦੂਜੇ ਸਮੁੰਦਰ ਦਾ ਪਾਣੀ ਹੋਰ ਰੰਗ ਦਾ ਹੁੰਦਾ ਹੈ ਕਿਉਂਕਿ ਉਹ ਨਦੀਆਂ ਦੇ ਵਿੱਚੋਂ ਆਉਂਦਾ ਹੈ। ਅਲਾਸਕਾ ਦੇ ਵਿੱਚ ਕਈ ਅਜਿਹੇ ਨਿਯਮ ਤੇ ਕਾਨੂੰਨ ਨੇ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਹੈਰਾਨੀ ਵੀ ਹੋਵੇਗੀ। ਇਸ ਸਟੇਟ ਦੇ ਵਿੱਚ ਕਿਸੇ ਸੁੱਤੇ ਹੋਏ ਭਾਲੂ ਨੂੰ ਜਗਾਉਣਾ ਇੱਕ ਜੁਰਮ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦਾ ਜੇਲ੍ਹ ਜਾਣਾ ਤੈਅ ਹੈ। ਇੱਥੇ ਰਨਵੇ ਦੇ ਉੱਪਰ ਜੇਕਰ ਕਿਸੇ ਜਹਾਜ਼ ਨੇ ਹਿਰਨ ਨੂੰ ਟੱਕਰ ਮਾਰ ਦਿੱਤੀ ਤਾਂ ਉਸ ਜਹਾਜ਼ ਦੀ ਕੰਪਨੀ ਨੂੰ ਭਾਰੀ ਜੁਰਮਾਨਾ ਦੇਣਾ ਪੈਂਦਾ ਹੈ। ਅਸਲ ਦੇ ਵਿੱਚ ਇਹ ਇੱਥੇ ਰੂਲ ਹੀ ਨੇ। ਪ੍ਰੈਕਟੀਕਲੀ ਇਹਨਾਂ ਕਾਰਨਾਂ ਕਰਕੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾਂਦੀ। ਸਨ 1975 ਤੱਕ ਇਸ ਸਟੇਟ ਦੇ ਵਿੱਚ ਕੋਈ ਵੀ ਨਸ਼ੀਲੀ ਚੀਜ਼ ਰੱਖਣ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਸੀ। ਉਸ ਟਾਈਮ ਤੱਕ ਅਲਾਸਕਾ ਦੇ ਵਿੱਚ ਨਸ਼ਾ ਕਰਨਾ ਗੈਰ ਕਾਨੂੰਨੀ ਮੰਨਿਆ ਜਾਂਦਾ ਸੀ ਪਰ ਸਨ 1975 ਤੋਂ ਬਾਅਦ ਇੱਥੇ ਪਾਬੰਦੀ ਹਟਾ ਦਿੱਤੀ ਗਈ ਤੇ ਅੱਜ ਅਲਾਸਕਾ ਦੇ ਵਿੱਚ ਬਹੁਤ ਜ਼ਿਆਦਾ ਨਸ਼ੀਲੀਆਂ ਪਾਰਟੀਆਂ ਹੁੰਦੀਆਂ ਨੇ। ਅਜਿਹਾ ਲੱਗਦਾ ਹੈ ਕਿ ਜਦੋਂ ਦਾ ਇੱਥੇ ਨਸ਼ੇ ਤੋਂ ਬੈਨ ਹਟਿਆ ਹੈ ਤਾਂ ਇੱਥੋਂ ਦੇ ਲੋਕ ਨਸ਼ੇ ਦੇ ਆਦੀ ਹੋ ਗਏ ਨੇ। ਇੱਥੋਂ ਦੇ ਲੋਕ ਵਾਈਨ ਤਾਂ ਦਿਨ ਰਾਤ ਪੀਂਦੇ ਹੀ ਨੇ ਤੇ ਨਾਲ ਦੀ ਨਾਲ ਸਮੋਕਿੰਗ ਵੀ ਬਹੁਤ ਜ਼ਿਆਦਾ ਕਰਦੇ ਨੇ। ਇਹ ਸਨ ਜੀ ਅਮਰੀਕਾ ਦੀ ਸਟੇਟ ਅਲਾਸਕਾ ਦੇ ਬਾਰੇ ਕੁਝ ਰੌਚਕ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।